ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਅੱਜ ਦੀ ਨਵੀਂ ਅਪਡੇਟ ਲੈ ਕੇ ਆਪ ਸਭ ਦੇ ਰੂਬਰੂ ਹੋ ਰਹੇ ਹਾਂ। ਸੋ ਸਾਰਿਆਂ ਨੂੰ ਇਸ ਚੈਨਲ 'ਤੇ ਵਿਜ਼ਿਟ ਕਰਨ ਲਈ ਬਹੁਤ ਧੰਨਵਾਦ ਕਰਦੇ ਹਾਂ ਅਤੇ ਨਾਲ ਹੀ ਰਿਕੁਐਸਟ ਕਰਦੇ ਹਾਂ ਸਾਰੀਆਂ ਖਬਰਾਂ ਪੜ੍ਹਨ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਰੈੱਡ ਬਟਨ ਨੂੰ ਕਲਿੱਕ ਕਰ ਦਿਓ ਤਾਂ ਜੋ ਸਾਰੀਆਂ ਖਬਰਾਂ ਤੁਹਾਨੂੰ ਟਾਈਮ ਟੂ ਟਾਈਮ ਤੁਰੰਤ ਹੀ ਪ੍ਰਾਪਤ ਹੋ ਸਕਣ। ਸੋ ਅੱਜ ਦੀ ਜਿਹੜੀ ਖਬਰ ਹੈ 6 ਪੇ ਕਮਿਸ਼ਨ ਦੇ ਨਾਲ ਜੁੜੀ ਹੋਈ ਹੈ। ਸਾਂਝਾ ਮੁਲਾਜ਼ਮ ਫਰੰਟ ਤੇ ਪੈਨਸ਼ਨਰਾਂ ਵੱਲੋਂ ਕਿਹੜੇ ਵੱਡੇ ਐਲਾਨ ਕੀਤੇ ਗਏ ਹੈ ਅਤੇ ਸਰਕਾਰ ਅੱਗੇ ਕਿਹੜੀਆਂ ਮੰਗਾਂ ਰੱਖਣ ਦੀ ਗੱਲ ਹੋਈ ਹੈ, ਇਸ ਖਬਰ ਨੂੰ ਡਿਟੇਲ ਵਿੱਚ ਪੜ੍ਹਦੇ ਹਾਂ। ਸੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਖਬਰ। ਕੇਂਦਰ ਸਰਕਾਰ ਵਾਂਗ ਹੀ ਨਿੱਜੀਕਰਨ ਅਤੇ ਆਕਾਰ ਘਟਾਈ ਦੀ ਨੀਤੀ ਨੂੰ ਅੱਗੇ ਵਧਾਉਣ ਲਈ ਬੇਜਿੱਦ ਪੰਜਾਬ ਸਰਕਾਰ ਖਿਲਾਫ ਪੰਜਾਬ ਯੂਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੇ ਬੈਨਰ ਹੇਠ ਦਹਾਕਿਆਂ ਬਾਅਦ ਪੰਜਾਬ ਦੀ ਲਹਿਰ ਮੁਲਾਜ਼ਮ ਲਹਿਰ ਵੀ ਦਿੱਲੀ ਨੂੰ ਚੁਫੇਰੋਂ ਘੇਰੀ ਬੈਠੇ ਸੰਯੁਕਤ ਕਿਸਾਨ ਮੋਰਚੇ ਦੀ ਤਰਜ਼ 'ਤੇ ਇਕਜੁੱਟ ਹੋਈ ਹੈ, ਜਿਸ ਨੇ 29 ਜੁਲਾਈ 2021 ਨੂੰ ਪਟਿਆਲਾ ਸ਼ਹਿਰ ਵਿੱਚ ਹੋਏ ਵਿਸ਼ਾਲ ਰੋਜ਼ ਮੁਜ਼ਾਹਰੇ 'ਚ 70,000 ਤੋਂ ਵਧੇਰੇ ਦੇ ਇਕੱਠ ਰਾਹੀਂ ਪੰਜਾਬ ਸਰਕਾਰ ਖਿਲਾਫ ਇੱਕ ਵੱਡੀ ਚੁਣੌਤੀ ਪੇਸ਼ ਕੀਤੀ ਅਤੇ ਕਿਸਾਨ ਵਾਂਗ ਵਿਸ਼ਾਲ ਏਕਾ ਉਸਾਰਨ ਅਤੇ ਸਾਂਝੇ ਸੰਘਰਸ਼ ਦੀਆਂ ਸਪਸ਼ਟ ਦਿਸ਼ਾ ਲਈ। ਸਾਂਝਾ ਅਧਿਆਪਕ ਮੋਰਚਾ ਵੱਲੋਂ ਵੀ ਮੁਲਾਜ਼ਮਾਂ ਦੇ ਵਿਸ਼ਾਲ ਏਕੇ ਦੀ ਅਹਿਮੀਅਤ ਨੂੰ ਸਮਝਦਿਆਂ ਹਰੇਕ ਸਾਂਝੇ ਐਕਸ਼ਨ ਵਿੱਚ ਪੂਰੀ ਤਨਦੇਹੀ ਨਾਲ ਸ਼ਮੂਲੀਅਤ ਕੀਤੀ ਗਈ। ਸਾਂਝੇ ਫਰੰਟ ਵੱਲੋਂ ਬੀਤੀ 16 ਅਕਤੂਬਰ ਨੂੰ ਮੁੱਖ ਮੰਤਰੀ ਦੇ ਚੋਣ ਹਲਕੇ ਵਿੱਚ ਮੋਰਿੰਡਾ ਵਿਖੇ ਵਿਸ਼ਾਲ ਰੋਜ਼ ਮੁਜ਼ਾਹਰਾ ਅਤੇ ਸੜਕ ਜਾਮ ਐਕਸ਼ਨ ਤੋਂ ਬਾਅਦ ਮੋਰਿੰਡਾ ਬੱਸ ਸਟੇਸ਼ਨ 'ਤੇ ਲਾਗੇ ਸ਼ੁਰੂ ਕੀਤਾ। ਪੱਕਾ ਮੋਰਚਾ ਵੀ ਪੂਰੇ ਜਾਹੋ ਜਲਾਲ ਨਾਲ ਲਗਾਤਾਰ ਜਾਰੀ ਹੈ। ਸਰਕਾਰ ਨੇ ਇਸ ਦੌਰਾਨ ਜਿੱਥੇ ਸਾਂਝੇ ਫਰੰਟ ਦੀ ਪ੍ਰਮੁੱਖ ਮੰਗ 6ਵੇਂ ਪੰਜਾਬ ਤਨਖਾਹ ਕਮਿਸ਼ਨ ਨੂੰ ਮੁਲਾਜ਼ਮ ਹਿੱਤਾਂ ਅਨੁਸਾਰ ਸੋਧ ਕੇ ਲਾਗੂ ਕਰਨ ਸਮੇਤ ਹੋਰ ਪੂਰੀਆਂ ਮੰਗਾਂ ਕਰਨ ਦੀ ਥਾਂ ਲਮਕਾਉਣ ਥਕਾਉਣ ਦੀ ਨੀਤੀ ਰਾਹੀਂ ਮੁਲਾਜ਼ਮਤ ਦੇ ਵਿਸ਼ਾਲ ਏਕੇ ਨੂੰ ਕਮਜ਼ੋਰ ਕਰਨ ਦੇ ਯਤਨ ਕੀਤੇ ਹਨ, ਉੱਥੇ ਮੁਲਾਜ਼ਮਾਂ ਪੈਨਸ਼ਨਰਾਂ ਦੀ ਇੱਕ ਵੱਡੀ ਆਸ ਵਜੋਂ ਉੱਭਰਿਆ ਇਹ ਸਾਂਝਾ ਫਰੰਟ ਦੀ ਲਗਾਤਾਰ ਐਕਸ਼ਨਾਂ ਵਿੱਚ ਰਹਿੰਦਾ ਹੋਇਆ ਸ਼ਾਨ ਨਾਲ ਅੱਗੇ ਵਧ ਰਿਹਾ ਹੈ। ਇਸ ਦੌਰਾਨ ਮੁਲਾਜ਼ਮਾਂ ਦੇ ਸਾਂਝੇ ਫਰੰਟ ਨੇ ਐਕਸ਼ਨਾਂ ਦਾ ਆਜ਼ਾਦ ਜਥੇਬੰਦੀਆਂ ਵਜੋਂ ਹਿੱਸਾ ਬਣਦੇ ਜਾ ਰਹੇ ਅਧਿਆਪਕਾਂ ਦੇ ਕੁਝ ਥੜ੍ਹਿਆਂ ਵੱਲੋਂ ਪਿਛਲੇ ਸਮੇਂ ਦੌਰਾਨ ਸਾਂਝੇ ਫਰੰਟ ਦੀ ਹੀ ਪ੍ਰਮੁੱਖ ਮੰਗ ਨੂੰ ਲੈ ਕੇ ਸਮਾਨਾਂਤਰ ਵੱਖਰੇ ਐਕਸ਼ਨ ਕਰਨਾ ਲਾਜ਼ਮੀ ਤੌਰ 'ਤੇ ਜਾਣੇ ਅਣਜਾਣੇ ਵਿੱਚ ਮੁਲਾਜ਼ਮਾਂ ਦੇ ਵਿਸ਼ਾਲ ਏਕੇ ਨੂੰ ਕਮਜ਼ੋਰ ਕਰਨ ਅਤੇ ਸਰਕਾਰ ਦੇ ਹੱਥ ਮਜ਼ਬੂਤ ਕਰਨ ਵਾਲੀ ਪੋਜੀਸ਼ਨ ਹੈ। ਅਜਿਹੇ ਸਾਥੀਆਂ ਨੂੰ ਮੁਲਾਜ਼ਮ ਲਹਿਰ ਦੇ ਵੱਡੇ ਹਿੱਤਾਂ ਲਈ ਅੜੀਅਲ ਰੁਖ ਦਿਖਾ ਰਾਹੀਂ ਪੰਜਾਬ ਸਰਕਾਰ ਨੂੰ ਝੁਕਾਉਣ ਲਈ ਵਿਸ਼ਾਲ ਏਕੇ ਦਾ ਬਣਨ ਦੀ ਅਪੀਲ ਕਰਦੇ ਹਾਂ। ਪਿਛਲੇ ਤਨਖਾਹ ਦੀ ਹੀ ਪਾਟ ਦੇ ਪਾਰਸਲ ਵਜੋਂ ਤਨਖਾਹ ਅਨਾਮਲੀ ਕਮੇਟੀ ਵੱਲੋਂ ਅਧਿਆਪਕ ਸਮੇਤ ਕੁੱਲ 14 ਕੈਟਾਗਰੀਆਂ ਨੂੰ ਅਕਤੂਬਰ 2011 ਤੋਂ ਦਿੱਤਾ ਵਾਧਾ ਅਤੇ ਕੈਬਨਿਟ ਸਬ ਕਮੇਟੀ ਵੱਲੋਂ 239 ਕੈਟਾਗਰੀਆਂ ਨੂੰ ਦਸੰਬਰ 2011 ਤੋਂ ਬਾਅਦ ਦਿੱਤਾ ਵਾਧਾ ਬਰਕਰਾਰ ਰੱਖਿਆ ਜਾਵੇ ਅਤੇ ਰਹਿੰਦੀਆਂ ਕੈਟਾਗਰੀਆਂ ਨੂੰ ਵੀ ਇਸ ਦੇ ਅਨੁਪਾਤਿਕ ਵਾਧਾ ਦਿੱਤਾ ਜਾਵੇ। ਸੋ ਜਿਹੜੀਆਂ ਮੈਂ ਇਹ ਤੁਹਾਨੂੰ ਸਬ ਪੁਆਇੰਟ ਪੜ੍ਹ ਕੇ ਸੁਣਾ ਰਹੀ ਹਾਂ, ਇਹ ਸਾਰੇ ਮੰਗਾਂ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ, ਇਹ ਤੁਸੀਂ ਧਿਆਨ ਨਾਲ ਸੁਣ ਸਕਦੇ ਹੋ। ਮਿਤੀ 1/1/2016 ਤੋਂ 125% ਮਹਿੰਗਾਈ ਭੱਤੇ ਅਨੁਸਾਰ ਉੱਚਤਮ ਗੁਣਾਂਕ 2.72 ਲਾਗੂ ਕਰਦਿਆਂ ਹਰੇਕ ਮੁਲਾਜ਼ਮ ਨੂੰ ਘੱਟੋ ਘੱਟ 20% ਤਨਖਾਹ ਵਾਧਾ ਕਾਡਰ ਦੀ ਪੂਰੀ ਤਨਖਾਹ ਅਤੇ ਭੱਤਿਆਂ ਅਨੁਸਾਰ ਮਿਲਣਾ ਯਕੀਨੀ ਬਣਾਇਆ ਜਾਵੇ। ਮਿਤੀ 1/1/2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਲਈ ਲਾਗੂ ਨਵੀਂ ਪੈਨਸ਼ਨ ਸਕੀਮ ਨੂੰ ਰੱਦ ਕਰਕੇ ਪੁਰਾਣੀ ਪੈਨਸ਼ਨ ਪ੍ਰਣਾਲੀ ਬਹਾਲ ਕੀਤੀ ਜਾਵੇ। ਮੁੱਢਲੀ ਤਨਖਾਹ ਅਤੇ ਨਿਯੁਕਤੀ ਦਾ ਪਰਖ ਸਮਾਂ ਐਕਟ 2015 ਰੱਦ ਕਰਕੇ ਸਾਰੇ ਆਰਥਿਕ ਲਾਭ ਬਹਾਲ ਕੀਤੇ ਜਾਣ। ਮਿਤੀ 1/1/16 ਤੋਂ ਬਾਅਦ ਭਰਤੀ ਰੈਗੂਲਰ ਮੁਲਾਜ਼ਮਾਂ ਲਈ ਬਾਕੀ ਮੁਲਾਜ਼ਮਾਂ ਦੇ ਤਰਜ਼ ਦੇ ਸਾਰੇ ਲਾਭ ਦਿੰਦਿਆਂ ਪਰਖ ਸਮੇਂ ਦੌਰਾਨ ਉੱਚਤਮ ਮਲਟੀਪਲ ਫੈਕਟਰ ਕਾਡਰ ਦੀ ਕੁੱਲ ਸ਼ੁਰੂਆਤੀ ਤਨਖਾਹ ਮੁੱਢਲੀ ਤਨਖਾਹ ਪਲੱਸ ਗ੍ਰੇਡ ਪੇ 'ਤੇ ਉੱਪਰ ਦਿੱਤਾ ਜਾਵੇ। ਅਨਰਿਵਾਈਜ਼ਡ ਅਤੇ ਅੰਸ਼ਿਕ ਰਿਵਾਈਜ਼ਡ ਕੈਟਾਗਰੀਆਂ ਦੇ ਤਨਖਾਹ ਸਕੇਲਾਂ ਗ੍ਰੇਡਾਂ ਵਿੱਚ ਹੋਈ ਵਿੱਤੀ ਧੱਕੇਸ਼ਾਹੀ ਖਤਮ ਕਰਕੇ ਜਿਨ੍ਹਾਂ ਕੈਟਾਗਰੀਆਂ ਨਾਲੋਂ ਪੇ ਪੈਰਿਟੀ ਤੋੜੀ ਗਈ ਸੀ ਮੁੜ ਪੇ ਪੈਰਿਟੀ ਬਹਾਲ ਕੀਤੀ ਜਾਵੇ। ਕੇਂਦਰ ਸਰਕਾਰ ਵੱਲੋਂ ਰਿਵਾਈਜ਼ ਤਨਖਾਹਾਂ ਲਈ 1 ਜੁਲਾਈ 2021 ਤੋਂ 11% ਅਤੇ 3% ਮਹਿੰਗਾਈ ਭੱਤਿਆਂ ਦੀਆਂ ਐਲਾਨੀਆਂ ਕਿਸ਼ਤਾਂ ਸਾਹਿਤ ਪੰਜਾਬ ਦੇ ਮੁਲਾਜ਼ਮਾਂ ਲਈ ਵੀ ਬਕਾਏ ਅਤੇ ਪੈਂਡਿੰਗ ਕਿਸ਼ਤਾਂ ਜਾਰੀ ਕੀਤੀਆਂ ਜਾਣ। ਕੇਂਦਰ ਸਰਕਾਰ ਵੱਲੋਂ ਰਿਵਾਈਜ਼ਡ ਤਨਖਾਹਾਂ ਲਈ 1 ਜੁਲਾਈ 2021 ਤੋਂ 11 ਅਤੇ 3 ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਐਲਾਨੀਆਂ
ਤੇ ਪੈਂਡਿੰਗ ਕਿਸ਼ਤਾਂ ਜਾਰੀ ਕੀਤੀਆਂ ਜਾਣ। ਉਸ ਤੋਂ ਬਾਅਦ ਮਿਤੀ 17/1/2020 ਤੋਂ ਬਾਅਦ ਨਵੇਂ ਭਰਤੀ ਮੁਲਾਜ਼ਮਾਂ ਨੂੰ ਕੇਂਦਰੀ ਸਕੇਲਾਂ ਨਾਲ ਜੋੜਨ ਦਾ ਫੈਸਲਾ ਰੱਦ ਕੀਤਾ ਜਾਵੇ। ਇੱਕ ਹੀ ਭਰਤੀ ਇਸ਼ਤਿਹਾਰਾਂ ਨੂੰ 2 ਤਰ੍ਹਾਂ ਦੇ ਤਨਖਾਹ ਸਕੇਲ ਦਾ ਫੈਸਲਾ ਰੱਦ ਹੋਵੇ। ਸਮੂਹ ਕੱਚੇ ਅਧਿਆਪਕ ਅਤੇ ਨਾਨ ਟੀਚਿੰਗ ਨੂੰ ਬਿਨਾਂ ਸ਼ਰਤ ਵਿਭਾਗ ਵਿੱਚ ਰੈਗੂਲਰ ਕੀਤਾ ਜਾਵੇ। ਪਿਕਸਟਸ ਤਹਿਤ ਰੈਗੂਲਰ ਕਨਫਰਮਡ ਕੰਪਿਊਟਰ ਅਧਿਆਪਕਾਂ ਦੀ ਸਿੱਖਿਆ ਵਿਭਾਗ ਵਿੱਚ ਪੂਰੇ ਲਾਭਾਂ ਸਹਿਤ ਸ਼ਿਫਟਿੰਗ ਕੀਤੀ ਜਾਵੇ। ODL ਅਧਿਆਪਕਾਂ ਦੀ ਪੈਂਡਿੰਗ ਰੈਗੂਲੇਸ਼ਨਸ ਮੁਕੰਮਲ ਕੀਤੀ ਜਾਵੇ। ਸਾਰੀਆਂ ਬਦਲੀਆਂ ਬਿਨਾਂ ਸ਼ਰਤਾਂ ਲਾਗੂ ਕੀਤੀਆਂ ਜਾਣ ਅਤੇ ਪੈਂਡਿੰਗ ਤਰੱਕੀਆਂ ਮੁਕੰਮਲ ਕੀਤੀਆਂ ਜਾਣ। ਸੰਘਰਸ਼ਾਂ ਦੌਰਾਨ ਦਰਜ ਪੁਲਿਸ ਕੇਸ ਵਿਕਟੇਮਾਈਜੇਸ਼ਨਾਂ ਰੱਦ ਕੀਤੀਆਂ ਜਾਣ। ਸਾਰੀਆਂ ਭਰਤੀਆਂ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇ ਅਤੇ ਖਾਲੀ ਅਸਾਮੀਆਂ ਲਈ ਇਸ਼ਤਿਹਾਰ ਕੱਢੇ ਜਾਣ। ਡਾਇਨਾਮਿਕ ACP 4914 ਤਰੱਕੀ ਨਾ ਹੋਣ 'ਤੇ ਅਗਲਾ ਉੱਚਦਾ ਗ੍ਰੇਡ ਲਾਗੂ ਕਰਨ ਦਾ ਫੈਸਲਾ ਕੀਤਾ ਜਾਵੇ। 8886 ਅਧਿਆਪਕਾਂ ਦੀ ਮਿਤੀ 1/4/2018 ਤੋਂ ਕੀਤੀ ਰੈਗੂਲੇਸ਼ਨ ਦੌਰਾਨ ਹੋਈ ਤਨਖਾਹ ਕਟੌਤੀ ਰੱਦ ਹੋਵੇ। 5178 ਅਧਿਆਪਕਾਂ ਨੂੰ ਪਰਖ ਸਮਾਂ ਐਕਟ 2015 ਤੋਂ ਛੋਟ ਹੋਣ ਦੇ ਮੱਦੇਨਜ਼ਰ ਪਰਖ ਸਮੇਂ ਦੌਰਾਨ ਪੂਰੀਆਂ ਤਨਖਾਹਾਂ ਅਤੇ ਭੱਤੇ ਦਿੱਤੇ ਜਾਣ ਅਤੇ ਨਵੰਬਰ 2017 ਤੋਂ ਹੀ ਪੰਜਾਬ ਤਨਖਾਹ ਕਮਿਸ਼ਨ ਦੇ ਸਾਰੇ ਲਾਭ ਯਕੀਨੀ ਬਣਾਏ ਜਾਣ। ਕੇਂਦਰ ਦੀ ਤਰਜ਼ ਦੇ ਪੂਰੀ ਪੈਨਸ਼ਨ ਲਈ ਸਰਵਿਸ ਦਾ ਸਮਾਂ 25 ਤੋਂ ਘਟਾ ਕੇ 20 ਸਾਲ ਕੀਤਾ ਜਾਵੇ। ਬਾਰਡਰ ਏਰੀਏ 'ਚ ਮੁਫਤ ਰਿਹਾਇਸ਼ ਬਦਲੇ ਮਿਲਦਾ ਮਕਾਨ ਕਿਰਾਇਆ ਭੱਤਾ ਪੁਰਾਣੇ ਸਾਰੇ ਭੱਤੇ ਬਹਾਲ ਕੀਤੇ ਜਾਣ। ਸੀਨੀਅਰ ਜੂਨੀਅਰ ਤਨਖਾਹ ਅਨਾਮਲੀ ਕੇਸਾਂ ਵਿੱਚ ਸੀਨੀਅਰ ਕਰਮਚਾਰੀਆਂ ਦੀ ਤਨਖਾਹ ਸਟੈਂਪ ਐਪ ਕਰਨ ਲਈ ਅਧਿਕਾਰ DDO ਨੂੰ ਦਿੱਤੇ ਜਾਣ। ਸੋ ਇਹ ਜਿਹੜੀਆਂ ਜਿੰਨੀਆਂ ਵੀ ਮੈਂ ਮੰਗਾਂ ਪੜ੍ਹੀਆਂ ਇਹ ਸਾਰੀਆਂ ਮੁਲਾਜ਼ਮਾਂ ਦੇ ਨਾਲ ਜੁੜੀਆਂ ਹੋਈਆਂ ਨੇ, ਪੈਨਸ਼ਨਰਾਂ ਨਾਲ ਜੁੜੀਆਂ ਹੋਈਆਂ ਨੇ, ਨਵੇਂ ਮੁਲਾਜ਼ਮਾਂ ਨਾਲ, ਕੱਚੇ ਮੁਲਾਜ਼ਮਾਂ ਨਾਲ। ਸੋ ਹੁਣ ਦੇਖੋ ਤੁਹਾਨੂੰ ਜਿਹੜੀਆਂ ਵੀ ਮੈਂ ਸਬ ਪੁਆਇੰਟ ਪੜ੍ਹ ਕੇ ਦੱਸੇ ਹੈ ਸਾਰੀਆਂ ਉਹਨਾਂ ਨੇ ਮੰਗਾਂ ਰੱਖੀਆਂ ਸਰਕਾਰ ਅੱਗੇ, ਅਤੇ ਜੇ ਇਹ ਪੂਰੀਆਂ ਨਹੀਂ ਹੋਣਗੀਆਂ ਤਾਂ ਮੁਲਾਜ਼ਮ ਉਹਨਾਂ ਟਾਈਮ ਆਪਣਾ ਸੰਘਰਸ਼ ਜਾਰੀ ਰੱਖਣਗੇ। ਭਾਵ ਜੋ ਵੀ ਉਹਨਾਂ ਨੇ ਮੰਗਾਂ ਆਪਣੇ ਨਾਲ ਇਹ ਡਿਸਕਸ ਕੀਤੀਆਂ ਨੇ ਵੀ ਅਸੀਂ ਇਹਨਾਂ ਚੀਜ਼ਾਂ ਦੀ ਮੰਗ ਕਰਦੇ ਹਾਂ, ਪੰਜਾਬ ਸਰਕਾਰ ਜਿਹੜੇ ਸਾਨੂੰ ਲਾਰੇ ਲਾ ਰਹੀ ਹੈ, ਬਟ ਇਹ ਮੰਗਾਂ ਮਨਵਾ ਕੇ ਹੀ ਸਾਹ ਲੈਣਗੇ। ਉਹਨਾਂ ਟਾਈਮ ਉਹ ਆਪਣੇ ਜਿਹੜੇ ਹੱਕਾਂ ਦੇ ਲਈ ਉਵੇਂ ਹੀ ਸੰਘਰਸ਼ ਜਿਹੜਾ ਜਾਰੀ ਰੱਖਣਗੇ। ਸੋ ਲਾਸਟ 'ਤੇ ਅਸੀਂ ਸਾਰਿਆਂ ਨੂੰ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੋ ਸਾਡੇ ਚੈਨਲ ਨਾਲ ਜੁੜੇ ਹੋਏ ਨੇ, ਅਤੇ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ। ਰੈੱਡ ਬਟਨ ਨੂੰ ਕਲਿੱਕ ਕਰ ਲਓ ਤਾਂ ਜੋ ਤੁਹਾਨੂੰ ਹਰ ਤਰ੍ਹਾਂ ਦੀ ਸਾਂਝਾ ਫਰੰਟ ਮੁਲਾਜ਼ਮਾਂ ਦੀ ਖਬਰ, ਪੈਨਸ਼ਨਰਾਂ ਦੀ ਜੋਬ ਨੋਟੀਫਿਕੇਸ਼ਨ ਅਤੇ ਪੰਜਾਬ ਦੇ ਜਿਹੜੇ ਵੱਖ-ਵੱਖ ਵਿਭਾਗਾਂ ਨਾਲ ਸੰਬੰਧਿਤ ਖਬਰਾਂ ਅਸੀਂ ਤੁਹਾਨੂੰ ਟਾਈਮ ਦੇ ਨਾਲ ਪਹੁੰਚਾ ਸਕੀਏ। ਸੋ ਲਾਸਟ 'ਤੇ ਅਸੀਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਧੰਨਵਾਦ ਜੀ।